परम सत्कारयोग साध संगत जी, अपने सारिਆਂ ਦੇ ਚੰਗੇ ਭਾਗ ਨੇ ਕਿ ਇਹ ਨਾਮ ਸਿਮਰਨ ਕਰਨ ਦਾ, ਹਰ ਜਸ ਕਰਨ ਦਾ, ਗੁਰਬਾਣੀ ਸੁਣਨ ਦਾ ਮੌਕਾ ਮਿਲਿਆ। ਤੁਸੀਂ ਇਹ ਮੇਲਾ ਕਰਾਇਆ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਵਿੱਚ। ਪਿਛਲੇ 7-8 ਦਿਨ ਤੋਂ ਵਾਕਿਆ ਹੀ ਤੁਸੀਂ ਸੱਚੇ ਪਾਤਸ਼ਾਹ ਦੀ ਸੋਭਾ ਸੁਣੀ ਹੈ ਤੇ ਇਹ ਠੀਕ ਹੈ ਕਿ ਲੱਗਦਾ ਸੀ ਕਿ ਸ਼ਾਇਦ 8 ਦਿਨ ਬਹੁਤ ਜ਼ਿਆਦਾ ਨੇ, ਪਰ 8 ਦਿਨ ਲੰਘਦਿਆਂ ਪਤਾ ਨਹੀਂ ਲੱਗਾ ਕਿ ਕਿੰਨੀ ਜਲਦੀ ਲੰਘ ਗਏ ਨੇ। ਇੰਨਾ ਆਨੰਦ ਬਣਿਆ ਰਿਹਾ। ਮੈਂ ਸਮਝਦਾ ਕਿ ਚੰਗੇ ਭਾਗਾਂ ਤੋਂ ਬਿਨਾਂ ਨਾਮ ਸਿਮਰਨ ਨਹੀਂ ਹੁੰਦਾ, ਚੰਗੇ ਭਾਗਾਂ ਤੋਂ ਬਿਨਾਂ ਸੇਵਾ ਨਹੀਂ ਹੁੰਦੀ, ਚੰਗੇ ਭਾਗਾਂ ਤੋਂ ਬਿਨਾਂ ਗੁਰਬਾਣੀ ਸੁਣਨ ਦਾ, ਪੜ੍ਹਨ ਦਾ ਇਹ ਟਾਈਮ ਨਹੀਂ ਲੱਗਦਾ, ਉਸ ਪਾਸੇ ਨੂੰ ਮਨ ਹੀ ਨਹੀਂ ਬਣਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਨਾ ਮੈਂ ਕੁਛ ਕਰਨ ਜੋਗਾ, ਨਾ ਹੋਰ ਕੋਈ ਕੁਛ ਕਰਨ ਜੋਗਾ ਹੈ। ਉਸ ਮਾਲਕ ਦੇ ਚਲਾਏ ਆਪਾਂ ਚੱਲਦੇ ਹਾਂ, ਪਰ ਉਹਨਾਂ ਨੇ ਇਹ ਕਿਰਪਾ ਕੀਤੀ ਹੈ, ਆਪਾਂ ਨੂੰ ਇਹ ਮੌਕਾ ਦਿੱਤਾ ਹੈ, ਇਹ ਬਖਸ਼ਿਸ਼ ਕੀਤੀ ਹੈ। ਕੱਲ੍ਹ ਦਾ ਮੇਰੇ ਇੱਕ ਵਿਚਾਰ ਮਨ ਵਿੱਚ ਆ ਰਿਹਾ ਸੀ ਕਿ ਇਹ ਮੈਂ ਵੀ ਚਲੇ ਜਾਣਾ, ਤੁਸੀਂ ਵੀ ਆਪਣੇ ਕੰਮਾਂ ਕਾਰਾਂ 'ਚ ਫਿਰ ਰੁੱਝ ਜਾਣਾ। ਕਿਸ ਤਰ੍ਹਾਂ ਤੁਸੀਂ ਇਹ ਕਰਨਾ ਚਾਹੋਗੇ ਕਿ ਕੀ ਤੁਸੀਂ ਇੱਥੋਂ ਰੈਜ਼ੋਲਿਊਸ਼ਨ ਲੈ ਕੇ ਜਾਓਗੇ ਕਿ ਸਾਡਾ ਕੁਝ ਇੱਕ ਰੂਟੀਨ ਬਣੇ, ਅਸੀਂ ਨਾਮ ਸਿਮਰਨ ਅਤੇ ਗੁਰਬਾਣੀ ਨਾਲ ਜੁੜ ਸਕੀਏ, ਅਸੀਂ ਸਿੱਖੀ ਨਾਲ ਜੁੜ ਸਕੀਏ। ਇੱਥੋਂ ਜਾ ਕੇ ਇੱਥੋਂ ਕੋਈ ਇੱਕ ਰੈਜ਼ੋਲਿਊਸ਼ਨ ਲੈ ਕੇ ਜਾਓ, ਇੱਕ ਆਪਣੇ ਆਪ ਦਾ ਪ੍ਰਣ ਕਰਕੇ ਜਾਓ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਉਹਨਾਂ ਨਾਲ ਲੱਗਿਆਂ ਤੁਰ ਜਾਂਦਾ ਹੈ ਕਿ ਮੈਂ ਅੰਮ੍ਰਿਤ ਵੇਲੇ ਦਾ ਉੱਠਣਾ ਹੀ ਕਰ ਲਵਾਂ, ਕਿ ਮੈਂ ਅੰਮ੍ਰਿਤ ਵੇਲੇ ਉੱਠਣਾ। ਮੈਂ ਸਣੇ ਕੇਸੀ ਇਸ਼ਨਾਨ ਦਾ ਹੀ ਮਨ ਬਣਾ ਲਵਾਂ ਕਿ ਮੈਂ ਸਣੇ ਕੇਸੀ ਇਸ਼ਨਾਨ ਕਰਨਾ। ਮੈਂ ਇਹ ਕੋਸ਼ਿਸ਼ ਕਰ ਲਵਾਂ ਕਿ ਮੈਂ 1 ਘੰਟਾ ਨਾਮ ਸਿਮਰਨ ਰੋਜ਼ ਕਰਨਾ ਹੀ ਕਰਨਾ, ਭਾਵੇਂ ਕੁਛ ਵੀ ਹੋਵੇ। ਮੈਂ 1 ਘੰਟਾ ਨਾਮ ਸਿਮਰਨ ਰੋਜ਼ ਕਰਨਾ ਹੀ ਕਰਨਾ। ਮੈਂ 5 ਬਾਣੀਆਂ ਦਾ ਪਾਠ ਕਰਨਾ। ਜਿਹੜਾ 5 ਬਾਣੀਆਂ ਦਾ ਨਹੀਂ ਕਰ ਸਕਦਾ, ਮੈਂ ਸਵੇਰੇ ਜਪਜੀ ਸਾਹਿਬ ਸ਼ਬਦ ਹਜ਼ਾਰੇ, ਸ਼ਾਮ ਨੂੰ ਰਹਿ ਰਸ ਦਾ ਪਾਠ ਕਰਨਾ ਹੈ, ਕੀਰਤਨ ਸੋਲੇ ਦਾ ਪਾਠ ਕਰਕੇ ਸੌਣਾ। ਆਪਾਂ ਇੰਨਾ ਬਣਾ ਲਈਏ। ਛੋਟੇ ਜਿਹੜੇ ਮਾਪੇ ਨੇ ਉਹ ਕਰ ਲੈਣ। ਮੈਂ ਬੱਚਿਆਂ ਨੂੰ 1 ਪੌੜੀ ਜਪਜੀ ਸਾਹਿਬ ਦਾ ਪਾਠ ਸਿਖਾਉਣਾ, 5 ਪੌੜੀਆਂ ਸਿਖਾਉਣਾ। ਥੋੜ੍ਹਾ ਆਪਾਂ ਇਸ ਪਾਸੇ ਨੂੰ ਤੁਰ ਪਈਏ ਤਾਂ ਕਿ ਸਿੱਖੀ ਤਾਂ ਇੱਕ ਜੀਵਨ ਜਿਉਣ ਦੀ ਜਾਚ ਹੈ। ਉਹ ਜੀਵਨ ਜਿਉਂ ਕੇ ਹੀ ਆਪਾਂ ਸੌਖੇ ਰਹਿ ਸਕਦੇ ਹਾਂ। ਸੋ ਮੇਰੀ ਇਹ ਅਰਜ਼ ਬੇਨਤੀ ਹੈ ਕਿ ਜਦੋਂ ਬਹੁਤ ਸੁੱਖ ਦਿੱਤੇ ਨੇ ਸੱਚੇ ਪਾਤਸ਼ਾਹ ਨੇ, ਪਰ ਜੇ ਕੈਨੇਡਾ ਵੀ ਆਉਂਦਾ ਤਾਂ ਕੈਨੇਡਾ ਵੀ ਇੱਕ ਪੈਕੇਜ ਵਿੱਚ ਆਉਂਦਾ। ਉਹ ਪੈਕੇਜ ਵਿੱਚ ਕਲਚਰਲ ਚੇਂਜਸ ਵੀ ਆਉਂਦੀਆਂ ਨੇ। ਉਹ ਕਲਚਰਲ ਚੇਂਜਸ ਤੋਂ ਆਪਾਂ ਕਿਸ ਤਰ੍ਹਾਂ ਬਚਣਾ? ਜਿਹੜੀਆਂ ਬਹੁਤ ਸਾਰੀਆਂ ਚੇਂਜਸ ਨੇ ਜਿਹੜੀਆਂ ਸਾਡੇ ਅਨੁਕੂਲ ਨਹੀਂ। ਸਾਡੇ ਖਾਣਾ ਪੀਣਾ, ਰਹਿਣਾ, ਵਿਆਹ, ਉਹ ਚੀਜ਼ਾਂ ਸਾਡੇ ਅਨੁਕੂਲ ਨਹੀਂ। ਅਸੀਂ ਉਹਨਾਂ ਤੋਂ ਕਿਸ ਤਰ੍ਹਾਂ ਬਚ ਕੇ ਰਹਿਣਾ? ਅਸੀਂ ਇਸ ਦੇਸ਼ ਵਿੱਚ ਰਹਿੰਦੇ ਹੋਏ ਵੀ ਸਿੱਖੀ ਨਾਲ ਕਿਸ ਤਰ੍ਹਾਂ ਜੁੜ ਕੇ ਰਹਿਣਾ? ਇਹ ਤੁਸੀਂ ਸਾਰੇ ਧਿਆਨ ਦਿਓਗੇ, ਕਿਉਂਕਿ ਇਹ ਹੋ ਨਹੀਂ ਸਕਦਾ ਅਦਰਵਾਈਜ਼। ਜੇ ਆਪਾਂ ਬਹੁਤ ਧਿਆਨ ਨਹੀਂ ਦੇਵਾਂਗੇ, ਇਹ ਹੋ ਨਹੀਂ ਸਕਦਾ ਕਿ ਕਲਚਰ ਦਾ ਅਸਰ ਨਾ ਹੋਵੇ। ਬਹੁਤ ਸਾਰੇ ਤੁਸੀਂ ਇੱਥੇ ਪਹਿਲੀ ਜਨਰੇਸ਼ਨ 'ਚੋਂ, ਉਹ ਪਤਾ ਨਹੀਂ ਲੱਗਦਾ ਕਿ ਅਸਰ ਕਦੋਂ ਹੁੰਦਾ, ਪਰ ਉਸ ਚੀਜ਼ ਦਾ ਅਸਰ ਹੁੰਦਾ। ਉਸ ਅਸਰ ਤੋਂ ਬਚਣ ਲਈ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਕੀ ਦਿੱਤਾ ਹੈ? ਉਹ ਨਾਮ ਦਿੱਤਾ ਹੈ, ਸਾਨੂੰ ਉਹ ਸਿੱਖੀ ਦਿੱਤੀ ਹੈ। ਸੋ ਅਸੀਂ ਰੋਜ਼ ਉਹ ਗੱਲਾਂ ਕਰੀਏ। ਦੂਸਰੀ ਮੈਂ ਅਰਜ਼ ਕਰਦਾ ਕਿ ਨਿੰਦਿਆ, ਚੁਗਲੀ, ਈਰਖਾ ਦਾ ਇੱਕ ਦੌਰ ਚੱਲਿਆ ਹੋਇਆ। ਆਪਾਂ ਉਸ ਤੋਂ ਬਚ ਕੇ ਰਹਿਣਾ, ਬੜੇ ਜ਼ੋਰ ਨਾਲ ਬਚ ਕੇ ਰਹਿਣਾ। ਜੇ ਅਸੀਂ ਇਸ ਚੀਜ਼ ਨੂੰ ਕੌਨਸ਼ੀਅਸ ਰਹਾਂਗੇ ਕਿ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿਣਾ, ਅਸੀਂ ਨਿੰਦਿਆ ਨਹੀਂ ਕਰਨੀ, ਅਸੀਂ ਚੁਗਲੀ ਨਹੀਂ ਕਰਨੀ, ਤਾਂ ਉਹ ਹੌਲੀ ਹੌਲੀ ਇੱਕ ਆਦਤ ਬਣ ਜਾਏਗੀ। ਰੋਜ਼ ਥੋੜ੍ਹਾ ਮੈਂ ਇੱਕ ਅਰਜ਼ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰਿਆਂ ਕੋਲ ਹੀ ਡਿਜੀਟਲ ਫੋਨ ਨੇ। ਇੱਕ ਆਪਣੀਆਂ 3 ਹੀ ਐਪ, ਭੈਣੀ ਸਾਹਿਬ, ਰਾਗਨਾਦ ਅਤੇ ਸਤਿਯੁਗ, 3 ਹੀ ਐਪ ਜ਼ਰੂਰ ਤੁਸੀਂ ਡਾਊਨਲੋਡ ਕਰੋ। ਕਿਤੇ ਤੁਹਾਨੂੰ ਟਾਈਮ ਲੱਗ ਜਾਏਗਾ ਸੁਣਨ ਦਾ। ਸਤਿਯੁਗ ਪੜ੍ਹਨ ਵਾਸਤੇ ਵੀ ਹੈ ਅਤੇ ਸਤਿਯੁਗ ਹਰ 15 ਦਿਨ ਬਾਅਦ ਜਿਹੜਾ ਆਉਂਦਾ ਉਹ ਆਡੀਓ ਵਰਸ਼ਨ ਵੀ ਹੁੰਦੀ ਹੈ, ਤੁਸੀਂ ਸੁਣ ਵੀ ਸਕਦੇ ਹੋ। ਇਸ ਤਰ੍ਹਾਂ ਹੀ ਭੈਣੀ ਸਾਹਿਬ ਵਿੱਚ ਤੁਸੀਂ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣ ਸਕਦੇ ਹੋ।
ਤੁਸੀਂ ਗੁਰਬਾਣੀ, ਜੇ ਬਹੁਤ ਸਾਰੇ ਬੱਚਿਆਂ ਨੂੰ ਪਾਠ ਨਹੀਂ ਕਰਨਾ ਆਉਂਦਾ, ਤੁਸੀਂ ਗੁਰਬਾਣੀ ਸੁਣ ਕੇ ਯਾਦ ਕਰ ਸਕਦੇ ਹੋ। ਥੋੜ੍ਹੀ ਥੋੜ੍ਹੀ ਹੌਲੀ ਹੌਲੀ ਗੁਰਬਾਣੀ ਸੁਣ ਕੇ ਯਾਦ ਕਰ ਸਕਦੇ ਹੋ। ਗੁਰਬਾਣੀ ਵਾਸਤੇ ਬੜੀ ਸੋਹਣੀ ਡਿਸਕ੍ਰਿਪਸ਼ਨ ਥਾਂ ਥਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਬੜੀ ਵਾਰੀ ਆਈ ਹੈ। ਸੱਚੇ ਪਾਤਸ਼ਾਹ ਕੀ ਹੁਕਮ ਕੀਤਾ ਕਿ ਕਿਤੇ ਬੋਰਡ ਲੱਗਾ, ਗਰੀਬ ਨਵਾਜ ਨੇ ਸ਼ਾਇਦ ਉੱਥੇ ਕਟਾਣੀ ਦਾ ਹੁਕਮ ਕੀਤਾ, ਜੇ ਤੁਸੀਂ ਇੱਥੇ ਹੀ ਇੱਕ ਲਾ ਲਓ ਕਿ ਸਾਈਨ ਬੋਰਡ ਲੱਗਾ ਕਿ ਮੈਂ ਬਰੈਂਪਟਨ ਜਾਣਾ, ਉਹ ਤੁਸੀਂ ਸਾਈਨ ਬੋਰਡ ਹੀ ਪੜ੍ਹੀ ਜਾਓ ਅਤੇ ਉਸ ਰਸਤੇ 'ਤੇ ਨਾ ਜਾਓ। ਕੀ ਤੁਸੀਂ ਪਹੁੰਚ ਜਾਓਗੇ? ਤੁਸੀਂ ਨਹੀਂ ਪਹੁੰਚੋਗੇ। ਤੁਸੀਂ ਇੱਕ ਗੂਗਲ ਨੈਵੀਗੇਸ਼ਨ ਮੈਪ ਖੋਲ੍ਹ ਲਿਆ, ਉਹ ਮੈਪ ਤੁਹਾਨੂੰ ਸ਼ੋਅ ਕਰਦਾ ਹੈ ਕਿ ਤੁਸੀਂ ਇਸ ਰਸਤੇ 'ਤੇ ਜਾਣਾ, ਤੁਸੀਂ ਡਾਇਰੈਕਸ਼ਨ ਖੱਬੇ ਲੈਣੀ ਹੈ ਜਾਂ ਸੱਜੇ ਲੈਣੀ ਹੈ, ਬੜੀ ਵਧੀਆ। ਪਰ ਜੇ ਆਪਾਂ ਉਸ ਰਸਤੇ 'ਤੇ ਨਹੀਂ ਤੁਰਾਂਗੇ, ਜੋ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਰੂਪ ਧਾਰ ਕੇ ਉਹ ਹੁਕਮ ਕੀਤੇ ਨੇ, ਜੇ ਅਸੀਂ ਉਹਨਾਂ ਰਸਤਿਆਂ 'ਤੇ ਨਹੀਂ ਤੁਰਾਂਗੇ ਅਸੀਂ ਉੱਥੇ ਪਹੁੰਚ ਨਹੀਂ ਸਕਾਂਗੇ। ਮਨ ਦੇ ਸੁੱਖ ਵਾਸਤੇ ਸੁੱਖ ਦੁੱਖ ਮਨ ਨਾਲ ਹੈ। ਕਈ ਵਾਰੀ ਦੁੱਖ ਵਿੱਚ ਹੁੰਦਿਆਂ ਵੀ, ਗਰੀਬੀ ਵਿੱਚ ਹੁੰਦਿਆਂ ਵੀ ਮਨ ਸੁਖੀ ਹੈ ਅਤੇ ਅਸੀਂ ਸੁਖੀ ਹਾਂ। ਮਨ ਨੂੰ ਸੁਖ ਕਰਨ ਵਾਸਤੇ ਨਾਮ ਗੁਰਬਾਣੀ ਨਾਲ ਜੁੜਨ ਤੋਂ ਬਿਨਾਂ ਹੋਰ ਉਸ ਤੋਂ ਉੱਪਰ ਕੋਈ ਚੀਜ਼ ਨਹੀਂ। ਮੈਂ ਅੱਗੇ ਵੀ ਅਰਜ਼ ਕੀਤੀ ਸੀ, ਆਪਣੇ ਨੌਜਵਾਨਾਂ ਨੇ ਸੰਤ ਨਿਸ਼ਾਨ ਸਿੰਘ ਉਹਨਾਂ ਦੀ ਗਾਈਡੈਂਸ ਥੱਲੇ ਆਪਾਂ ਜਿਹੜੀਆਂ ਆਪਣੀਆਂ ਬਾਣੀਆਂ ਨੇ, ਜਿਹਨੂੰ ਆਪਾਂ ਨਾਮਧਾਰੀ ਨਿਤਨੇਮ ਦੇ ਰੂਪ ਵਿੱਚ, ਉਹਨਾਂ ਦਾ ਸਟੀਕ ਅਰਥ ਵੀ ਕੀਤੇ ਨੇ, ਜਿਹੜੇ ਬਾਕੀ ਅਰਥਾਂ ਨਾਲੋਂ ਬਹੁਤ ਸੌਖੇ ਨੇ। ਉਹ ਵੀ ਤੁਸੀਂ ਭੈਣੀ ਸਾਹਿਬ 'ਤੇ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਗੁਟਕੇ ਵੀ ਲਿਆਂਦੇ ਨੇ। ਇਹ ਪਿੱਛੇ ਜੇ ਇੰਗਲਿਸ਼ ਵਿੱਚ ਵੀ ਕੀਤੇ ਨੇ, ਉਹ ਇੰਗਲਿਸ਼ ਵੀ ਬਹੁਤ ਸਿੰਪਲ ਹੈ। ਜਿਹੜੇ ਬੱਚੇ ਤੁਹਾਡੇ ਪੰਜਾਬੀ ਨਹੀਂ ਸਮਝਦੇ, ਜਿਹੜੇ ਇੰਗਲਿਸ਼ ਪੜ੍ਹਨਾ ਚਾਹੁੰਦੇ ਨੇ, ਉਹ ਇੰਗਲਿਸ਼ ਵਿੱਚ ਦੇਖ ਲਿਆ ਕਰਨ। ਜਿਹੜੇ ਇੰਗਲਿਸ਼ ਵਿੱਚ ਅਰਥ ਨੇ, ਹਰ 15 ਦਿਨ ਬਾਅਦ ਜਿਹੜਾ ਸਤਿਯੁਗ ਆਉਂਦਾ ਉਹਦੇ ਵਿੱਚ ਇੰਗਲਿਸ਼ ਵਿੱਚ ਵੀ ਅਰਥ ਆਉਂਦੇ ਨੇ। ਇਸ ਵੇਲੇ ਮੇਰਾ ਖਿਆਲ ਸ਼ਬਦ ਹਜ਼ਾਰੇ ਚੱਲ ਰਹੇ ਨੇ। ਜੇ ਤੁਸੀਂ ਪੁਰਾਣੇ ਇਸ਼ੂ ਦੇਖੋਗੇ ਤਾਂ ਜਪਜੀ ਸਾਹਿਬ ਦੇ ਵੀ ਆਏ ਨੇ, ਤਾਂ ਕਿ ਅਸੀਂ ਸਮਝ ਸਕੀਏ ਸਾਡਾ ਫਿਲਸਫਾ, ਸਾਡੀ ਫਿਲੋਸਫੀ ਕੀ ਹੈ, ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕੀ ਹੈ, ਉਹ ਸੱਚਾਈ ਕੀ ਹੈ। ਅਸੀਂ ਬੜੇ ਵੱਡੇ ਵੱਡੇ ਮਜ਼ਮੂਨ ਪੜ੍ਹਦੇ ਹਾਂ, ਅਸੀਂ ਬੜਾ ਟਾਈਮ ਲਾ ਦਿੰਦੇ ਹਾਂ, PhD ਕਰਦੇ ਹਾਂ, ਪਰ ਇਹ ਸਾਰਿਆਂ ਤੋਂ ਵੱਡੀ PhD ਹੈ ਜਿਹੜੀ ਸੁੱਖ ਵਾਸਤੇ ਹੈ। ਸੋ ਇਹ ਇੱਕ ਮਿਹਨਤ ਕਰਕੇ ਥੋੜ੍ਹਾ ਥੋੜ੍ਹਾ ਆਪਾਂ ਉਸ ਪਾਸੇ ਤੁਰੀਏ, ਆਪਾਂ ਉਹਦੇ ਨਾਲ ਜੁੜੀਏ, ਆਪਾਂ ਕੋਸ਼ਿਸ਼ ਕਰੀਏ। ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋਗੇ, ਉਸ ਚੀਜ਼ 'ਤੇ ਵਿਚਾਰ ਕਰੋਗੇ, ਫਿਰ ਉਸ ਪਾਸੇ ਨੂੰ ਤੁਰ ਪੈਂਦੇ ਹੋ। ਇੱਥੇ ਕਈ ਉਸ ਚੀਜ਼ 'ਤੇ ਵਿਚਾਰ ਕਰਦੇ ਵੀ ਨੇ, ਕਈ ਤੁਰਦੇ ਵੀ ਨੇ, ਪਰ ਉਹ ਨੰਬਰ ਬੜਾ ਥੋੜ੍ਹਾ ਹੁੰਦਾ। ਉਹ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ ਕਿ ਜੇ ਕੋਈ ਮੇਰੇ ਕੋਲ ਆ ਕੇ ਕਹਿੰਦਾ ਹੈ ਕਿ ਮਨ ਨਹੀਂ ਲੱਗਦਾ, ਅਤੇ ਮੈਨੂੰ ਖੁਸ਼ੀ ਹੁੰਦੀ ਹੈ, ਘੱਟੋ ਘੱਟ ਕੋਈ ਸੋਚਦਾ ਤਾਂ ਹੈ ਇਸ ਪਾਸੇ। ਇੱਥੇ ਵੀ ਬੜਿਆਂ ਨੇ ਕੋਸ਼ਿਸ਼ ਕੀਤੀ, ਸੰਤ ਆਏ ਸੀ, ਸੰਤ ਬਲਬੀਰ ਸਿੰਘ ਉਹਨਾਂ ਕੋਲੋਂ ਵੀ ਬੜਿਆਂ ਨੇ ਉਹ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹ ਨੰਬਰ ਜ਼ਿਆਦਾ ਹੋਵੇ। ਜਿਸ ਤਰ੍ਹਾਂ ਮੈਂ ਉਹੀ ਗੱਲ ਕਰਦੇ ਹਾਂ, ਤੁਸੀਂ ਘੰਟਾ ਨਾਮ ਸਿਮਰਨ ਕਰਦੇ ਹਾਂ, ਫਿਰ ਇਹ ਆਪਣੇ ਆਪ 'ਚ ਐਨਾਲਾਈਜ਼ ਕਰ ਲਓ ਕਿ ਘੰਟੇ 'ਚ ਮੇਰਾ 5 ਮਿੰਟ 10 ਮਿੰਟ ਮੇਰਾ ਮਨ ਲੱਗਾ, ਮੈਂ ਬਾਕੀ ਦੁਨੀਆ ਨਾਲੋਂ ਟੁੱਟ ਸਕਿਆ। ਕਿਉਂਕਿ ਮਨ ਤਾਂ ਕਿਸੇ ਵੇਲੇ ਇਹ ਹੁੰਦਾ ਕਿ 1 ਮਿੰਟ ਵੀ ਖਲੋਂਦਾ ਨਹੀਂ ਮਨ, ਕਿ ਸਾਡਾ ਮਨ ਕੁਛ ਚਿਰ ਲਈ ਸਥਿਰ ਹੋਇਆ ਮਨ ਸਾਡਾ। ਸੋ ਆਪਾਂ ਇਸ ਪਾਸੇ ਹੌਲੀ ਹੌਲੀ ਤੁਰੀਏ ਅਤੇ ਸੁੱਖ ਕੋਈ ਦੂਰ ਦੀ ਚੀਜ਼ ਨਹੀਂ, ਸੁੱਖ ਆਪੇ ਹੀ ਮਗਰ ਲੱਗ ਜਾਂਦੇ ਨੇ। ਇੱਕ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚੋਂ ਬਚਨ ਕਰਦੇ ਹਾਂ, ਗਰੀਬ ਨਵਾਜ ਹੁਕਮ ਕਰਦੇ ਸੀ, ਆਪਾਂ ਸੂਰਜ ਵੱਲ ਨੂੰ ਪਿੱਛਾ ਕਰ ਲਈਏ, ਮਤਲਬ ਆਪਾਂ ਪਰਮਾਤਮਾ ਵੱਲ ਨੂੰ, ਸਤਿਗੁਰੂ ਵੱਲ ਨੂੰ, ਸਿੱਖੀ ਵੱਲ ਨੂੰ ਪਿੱਛਾ ਕਰ ਲਈਏ, ਅਤੇ ਸਾਨੂੰ ਪਰਛਾਵਾਂ ਕਦੀ ਵੀ ਡਾਹ ਨਹੀਂ ਦਿੰਦਾ। ਅਸੀਂ ਪਰਛਾਵੇਂ ਦੇ ਮਗਰ, ਜਿੰਨਾ ਸੁੱਖ ਦੇ ਮਗਰ ਅਸੀਂ ਜਿੰਨਾ ਮਰਜ਼ੀ ਭੱਜ ਲਈਏ, ਅਸੀਂ ਉਸ ਸੁੱਖ ਨੂੰ ਫੜ ਨਹੀਂ ਸਕਦੇ। ਪਰ ਜੇ ਸਾਡਾ ਮੂੰਹ ਸੂਰਜ ਵੱਲ ਨੂੰ ਰਵੇ, ਅਤੇ ਉਹ ਪਰਛਾਵਾਂ ਵੀ, ਮਾਇਆ ਵੀ, ਸੁੱਖ ਵੀ, ਸਾਰਾ ਕੁਝ ਸਾਡੇ ਮਗਰ ਲੱਗ ਜਾਂਦਾ। ਸੋ ਫਰਕ ਸਿਰਫ ਇੰਨਾ ਹੀ ਹੈ ਕਿ ਆਪਣਾ ਮੂੰਹ ਆਪਾਂ ਕਿੱਧਰ ਨੂੰ ਕਰਨਾ, ਅਸੀਂ ਟਾਰਗੇਟ ਕੀ ਕਰਨਾ। ਬਾਕੀ ਸਾਰਾ ਦੇਣ ਵਾਲਾ ਮਾਲਕ ਹੈ, ਉਹਨੇ ਦੇਣਾ ਹੀ ਦੇਣਾ, ਉਹਨੇ ਕਿਰਪਾ ਕਰਨੀ ਕਰਨੀ ਹੈ। ਸੋ ਆਪ ਵੀ ਆਪਣੇ ਬੱਚਿਆਂ ਨੂੰ ਵੀ ਤਗੜੇ ਹੋ ਕੇ ਆਪਾਂ ਇਸ ਪਾਸੇ ਜੋੜ ਕੇ ਰੱਖੀਏ। ਇਹ ਬਹੁਤ ਖੁਸ਼ੀ ਹੋਈ ਹੈ, ਤੁਸੀਂ ਬਹੁਤ ਸੇਵਾ ਕੀਤੀ ਹੈ ਸਾਰਿਆਂ ਨੇ, ਨੌਜਵਾਨਾਂ ਨੇ ਵੀ, ਬੀਬੀਆਂ ਨੇ ਵੀ, ਬਿਨਾਂ ਥਕਾਵਟ ਤੋਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਤੁਸੀਂ ਸੇਵਾ ਕੀਤੀ ਹੈ, ਬੜੀ ਖੁਸ਼ੀ ਨਾਲ ਕੀਤੀ ਹੈ। ਕੋਈ ਇਹ ਕਹਿੰਦਾ ਕਿ ਸੇਵਾ 'ਚ ਕੋਈ ਤਰੁਟੀ ਰਹਿ ਗਈ ਹੈ, ਜਦੋਂ ਆਪਾਂ ਸੇਵਾ ਨਾ ਲੈ ਰਹੇ, ਸੇਵਾ 'ਚ ਤਰੁਟੀ ਰਹਿੰਦੀ ਹੀ ਨਹੀਂ। ਸੱਚੇ ਪਾਤਸ਼ਾਹ ਦਾ ਹੁਕਮ ਕਰਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਅਰਜ਼ ਕੀਤੀ ਸੀ, ਸੱਚੇ ਪਾਤਸ਼ਾਹ ਘਰ ਸਮਰੱਥਾ ਨਹੀਂ, ਜੀ ਕਰਦਾ ਹੈ ਕਿ ਘਰ ਆਏ ਸਿੱਖ ਦੀ ਸੇਵਾ ਕਰਾਂ।
ਸੱਚੇ ਪਾਤਸ਼ਾਹ ਹੁਕਮ ਕੀਤਾ ਤੂੰ ਮਨੋਂ ਇੱਕ ਪਾਣੀ ਦਾ ਗਲਾਸ ਲੈ ਕੇ ਵੀ ਕਿਸੇ ਦੀ ਸੇਵਾ ਕਰ ਦੇਂਗਾ, ਉਹ ਵੀ ਪ੍ਰਵਾਨ ਹੈ। ਤੋ ਸੇਵਾ ਤੇ ਮਨੋਂ ਸੇਵਾ ਹੁੰਦੀ ਹੈ। ਸੇਵਾ ਕੋਈ ਬਹੁਤ ਵੱਡੇ ਧਨ ਨਾਲ ਨਹੀਂ ਹੁੰਦੀ, ਇਹ ਸਾਡਾ ਮਨ ਬਣਿਆ ਹੈ ਤਾਂ ਸੇਵਾ ਉਸ ਨਾਲ ਹੈ। ਤੁਸੀਂ ਤਨੋਂ ਮਨੋਂ ਧਨੋਂ ਸੇਵਾ ਕੀਤੀ ਹੈ ਜਿਸ ਚੀਜ਼ ਦਾ ਕੋਈ ਮੁੱਲ ਨਹੀਂ। ਤੋ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸ ਤਰ੍ਹਾਂ ਹੀ ਸੇਵਾ ਹੁੰਦੀ ਰਹੇ, ਇਹ ਸਿੱਖੀ ਇਸ ਤਰ੍ਹਾਂ ਹੀ ਬਣੀ ਰਹੇ। ਇਹ ਸਿੱਖੀ ਬੜੀ ਪਿਆਰੀ ਹੈ ਜਿਹੜੀ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ। ਇਹ ਵਡਮੁੱਲੀ ਦਾਤ ਸਾਡੇ ਕੋਲੋਂ ਕਦੀ ਨਾ ਜਾਵੇ, ਬਾਕੀ ਦਾਤਾਂ ਸਾਰੀਆਂ ਇਹਦੇ ਮਗਰ ਆ ਜਾਂਦੀਆਂ ਨੇ। ਸੋ ਇੰਨੀ ਅਰਜ਼ ਬੇਨਤੀ ਕਰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਾਂ। ਬਖਸ਼ਿਸ਼ ਕਰਨ ਮੈਨੂੰ ਵੀ, ਤੁਹਾਨੂੰ ਵੀ, ਸਾਨੂੰ ਸਾਰਿਆਂ ਨੂੰ ਸਿੱਖੀ ਦੇਣ। ਸਤਿ ਸ੍ਰੀ ਅਕਾਲ।